ਦੀ ਵਧਾਇਓ, ਢੱਡ ਦੀ ਵਧਾਇਓ।
ਰੋਕੂ ਖਾਲਸਾ ਦੀ ਤਲਵਾਰ ਨੂੰ। ਪਾਪਾਂ ਵਾਲਾ ਮਿੱਟੀ 'ਚ ਮਲਾਉ ਖਾਲਸਾ, ਪਾਪਾਂ ਵਾਲਾ ਮਿੱਟੀ 'ਚ ਮਲਾਉ ਖਾਲਸਾ। ਝੰਡੇ ਦੁਨੀਆ ਤੇ, ਝੰਡੇ ਦੁਨੀਆ ਤੇ ਕੇਸਰੀ ਜਲਾਉ ਖਾਲਸਾ। ਝੰਡੇ ਦੁਨੀਆ ਤੇ ਕੇਸਰੀ ਜਲਾਉ ਖਾਲਸਾ। किसान मजदूर एकता जथेबंदी दे वल्लों सरकार दे विरुद्ध अपने हक्कां प्रति जागदियां जमीरां वाले जिन्हां ने यह शंभू बार्डर के उत्ते यह मोर्चा लाया तकरीबन 1 महीने तो उत्ते का समा हो चुका। इस मोर्चे दे विच अज जुड़ बैठे एकत्र हुए संगत रूप दे विच गुरु प्यारिओ, आओ सब तो पहला बाजा वाले सतगुरु शहीद पिता दे पुत्र, शहीद पुत्रां दे पिता सरबंस सदानी बाजा वाले ताजा वाले दशमेश पिता गुरु गोबिंद सिंह महाराज उन्हां दा बख्शिश कीता है फतेह दा नारा बुलंद करिए। जितने कि वे शरीर इस पंडाल दे विच जुड़ बैठे एकत्र होए, कोई भी रसना बांझी रहा है जो बुलंद आवाज दे विच फतेह दा जवाब फतेह दे विच दे आखो जी वाहिगुरू जी का खालसा वाहिगुरू जी की फतेह। गुरु महाराज ने कृपा की है आप जागदियां जमीरां वालियां दे उत्ते, क्योंकि गुरु प्यारिओ इस पंडाल दे अंदर भावें जीवां की गिनती जिहड़ी आ इंसानां की गिनती जिहड़ी आ ओह घट है, पर यह जागदियां जमीरां वाले ने। संत जरनैल सिंह जी खालसा भिंडरां वाले अक्सर ये गल कहा करते सन कि मैं शरीरक मौत नूं मौत नहीं मनदा, बंदे दी जमीर दा मर जाना ओहदी असली मौत है। जदों जमीर मर गई तुरिया फिरदा बंदा भी जड़ा एक लाश है, मुर्दा होने दे बराबर है। ते जागदियां जमीरां वाले जिन्हां ने अपने हक्कां प्रति सरकार के विरुद्ध रोस वजों यह धरना लाया, क्योंकि जो सरकार ने काले कानून बिल पास किए ने वो आप सारिਆਂ ਨੂੰ पता है। 1 महीने तो उपर का समा हो गया ये मोर्चा चल रहे नूं। बहुत चढ़दी कला वाले बुलारे जिहड़े ने इत्थों हाजरियां लवा चुके ने, और अज दासां नूं भी मौका मिलिया आप संगतां दे दर्शन दीदारे करन वास्ते इस मोर्चे दे विच हाजरी भरन दा सबब बनिया। क्योंकि गुरु प्यारिओ ये गुरु की कृपा होवे तो फिर ही यह सबब जिहड़ा बनदा है, यह समा बनदा है।
ਗੁਰੂ ਨੇ ਕਿਰਪਾ ਕੀਤੀ, ਆਪ ਸੰਗਤਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ ਆ। ਕੁਝ ਕੁ ਸਮਾਂ, ਜਿਤਨਾ ਕੁ ਸਮਾਂ ਹੁਕਮ ਹੋਇਆ, ਉਸੇ ਅਨੁਸਾਰ ਕੁਝ ਇਤਿਹਾਸ ਦੇ ਪੱਤਰੇ ਆਪ ਸੰਗਤਾਂ ਦੇ ਨਾਲ ਸਾਂਝੇ ਕਰਨ ਦਾ ਯਤਨ ਕਰਾਂਗੇ। ਕਦੇ ਗੁਰੂ ਪਿਆਰਿਓ ਸਮਾਂ ਸੇ ਜਦੋਂ ਸਾਡੇ ਬਜ਼ੁਰਗਾਂ ਦੇ ਕੋਲ ਇੰਨੇ ਸਾਧਨ ਵੀ ਨਹੀਂ ਸਨ, ਹੱਥਾਂ ਦੇ ਨਾਲ ਮਿਹਨਤ ਕਰ ਕਰਕੇ ਇਹ ਧਰਤੀ ਨੂੰ ਵਾਹੀ ਯੋਗ ਬਣਾਇਆ, ਤੇ ਅੱਜ ਸਰਕਾਰ ਇਹ ਬਿੱਲ ਜਿਹੜੀ ਆ ਉਹ ਪਾਸ ਕਰ ਦਿੰਦੀ ਆ, ਕਾਨੂੰਨ ਬਣਾ ਦਿੰਦੀ ਆ ਕਿ ਜ਼ਮੀਨਾਂ ਦੇ ਮਾਲਕ ਜਿਹੜੇ ਨੇ ਉਹ ਆਪ ਹੀ ਜਿਹੜੇ ਨੇ ਮਜ਼ਦੂਰਾਂ ਵਾਂਗ ਆਪਣੀਆਂ ਜ਼ਮੀਨਾਂ ਦੇ ਵਿੱਚ ਕੰਮ ਕਰਨਗੇ। ਇਹ ਕਾਲੇ ਕਾਨੂੰਨ, ਇਹ ਸਰਕਾਰ ਦੀ ਧੱਕੇਸ਼ਾਹੀ ਹੈ। ਤੇ ਗੁਰੂ ਪਿਆਰਿਓ, ਇੱਕ ਕਹਾਵਤ ਹੈ, ਏਕਤਾ ਵਿੱਚ ਬਲ ਹੈ। ਜੇ ਏਕਤਾ ਬਣਾ ਕੇ ਰੱਖਾਂਗੇ ਤੇ ਸਾਨੂੰ ਇਹਨਾਂ ਮੋਰਚਿਆਂ ਦੇ ਵਿੱਚੋਂ ਕੋਈ ਨਾ ਕੋਈ ਹੱਲ ਜਿਹੜਾ ਉਹ ਜ਼ਰੂਰ ਮਿਲੇਗਾ, ਕਿਉਂਕਿ ਉਂਗਲ ਇੱਕ ਹੈ, ਇੱਕ ਉਂਗਲ ਨੂੰ ਹਰੇਕ ਕੋਈ ਤੋੜ ਦਿੰਦਾ, ਤੇ ਜਿਸ ਵੇਲੇ ਇਹ ਇਕੱਠੀਆਂ ਹੋ ਜਾਂਦੀਆਂ ਘੁਸੁੰਨ ਬਣ ਜਾਂਦਾ, ਫਿਰ ਇਹ ਟੁੱਟਦੀਆਂ ਨਹੀਂ, ਫਿਰ ਇਹ ਜਬਾੜਾ ਭੰਨਣ ਦੇ ਕੰਮ ਆਉਂਦਾ। ਇਸ ਕਰਕੇ ਜੇ ਏਕਤਾ ਰਹੀ, ਪਰ ਬਹੁਤ ਅਫਸੋਸ ਦੀ ਗੱਲ ਹੁੰਦੀ ਹੈ ਕਿ ਐਡੇ ਵੱਡੇ ਪੱਧਰ ਦੇ ਉੱਤੇ ਇਹ ਮੋਰਚਾ ਜੋ ਲੱਗਾ ਹੈ, ਗਿਣਤੀ ਜਿਹੜੀ ਆ ਬਹੁਤ ਘੱਟ ਹੈ। ਕਈ ਤਾਂ ਪਿੰਡਾਂ ਦੇ ਪਿੰਡ ਅਜਿਹੇ ਨੇ ਜਿੱਥੋਂ ਕਦੇ ਕੋਈ ਇੱਕ ਬੰਦਾ ਵੀ ਜਿਹੜਾ ਮੋਰਚਿਆਂ ਦੇ ਵਿੱਚ ਨਹੀਂ ਗਿਆ, ਏਦਾਂ ਦੇ ਪਿੰਡ ਵੀ ਹੈਗੇ ਨੇ। ਤੇ ਇਹ ਮੋਰਚੇ ਜਿਹੜੇ ਨੇ ਕਿਸੇ ਇਕੱਲੇ ਬੰਦੇ ਵਾਸਤੇ ਨਹੀਂ ਲੱਗੇ ਹੋਏ, ਇਹ ਸਮੁੱਚੇ ਪੰਜਾਬੀਆਂ ਦੇ ਵਾਸਤੇ ਨੇ, ਕਿਸਾਨੀ ਵਾਸਤੇ, ਮਜ਼ਦੂਰਾਂ ਵਾਸਤੇ। ਕਿਤੇ ਇਕੱਲੇ ਬੰਦੇ ਵਾਸਤੇ ਇਹ ਮੋਰਚਾ ਨਹੀਂ ਲੱਗਾ ਹੋਇਆ, ਕਿਸੇ ਇਕੱਲੇ ਬੰਦੇ ਨੂੰ ਇਹਦਾ ਕੋਈ ਲਾਹਾ ਮਿਲਣਾ। ਸਵਾਓ, ਮੈਂ ਆਪ ਸੰਗਤਾਂ ਦੇ ਸਨਮੁਖ ਸਿੱਖ ਇਤਿਹਾਸ ਦੇ ਸੁਨਹਿਰੀ ਪੱਤਰਿਆਂ ਦੇ ਵਿੱਚੋਂ ਗੁਰੂ ਪਿਆਰੇ ਕੁਝ ਕੁ ਪੰਨੇ ਆਪ ਸੰਗਤਾਂ ਦੇ ਨਾਲ ਸਾਂਝੇ ਕਰਨ ਦਾ ਯਤਨ ਕਰਾਂ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਪੰਥ ਦੀ ਸਿਰਜਣਾ ਕੀਤੀ। ਇਹ ਖਾਲਸਾ ਜਿਹੜਾ ਸਰਕਾਰ ਦੀਆਂ ਅੱਖਾਂ ਦੇ ਵਿੱਚ ਰੜਕਦਾ ਰਿਹਾ, ਹਰ ਸਮੇਂ ਦੀ ਸਰਕਾਰ ਦੇ ਵੱਲੋਂ ਇਹਦੇ ਉੱਤੇ ਜ਼ੁਲਮ ਹੋਇਆ, ਇਹਨੂੰ ਖਤਮ ਕਰਨ ਦੇ ਯਤਨ ਕੀਤੇ ਗਏ। ਸ਼ਾਇਰ ਕਹਿੰਦਾ ਉਹ ਕੌਮ ਨਹੀਂ ਕਦੇ ਵੀ ਖਤਮ ਹੁੰਦੇ ਜਿਸ ਦਾ ਸਦਾ ਨਿਸ਼ਾਨਾ ਬੁਲੰਦ ਹੋਵੇ। ਜਿਹੜੀ ਕੌਮ ਦਾ ਪਿਤਾ ਸ਼ਹੀਦ ਹੋਵੇ ਤੇ ਸ਼ਹੀਦ ਹੀ ਅੱਗੋਂ ਫਰਜ਼ੰਦ ਹੋਵੇ, ਸੇਜਾ ਛੱਡ ਕੇ ਸੱਥਰ ਪਿਛਾਏ ਜਿਹੜਾ ਸੂਲਾ ਉੱਤੇ ਵੀ ਜਿਹਨੂੰ ਆਨੰਦ ਹੋਵੇ, ਉਸ ਦੀ ਕੌਮ ਮਕਾਏਗੀ ਮੰਜ਼ਿਲਾਂ ਨੂੰ, ਭਾਵੇਂ ਬਿਖੜਾ ਨੂਰ ਦੀ ਪੰਧ ਹੋਵੇ। ਗੁਰੂ ਕੇ ਲਾਲਾ ਨੇ ਹਿੱਕਾ ਢਾਹ ਕੇ ਸੰਘਰਸ਼ ਕੀਤਾ, ਸੰਘਰਸ਼ ਲੜੇ, ਹਿੱਕਾਂ ਦੇ ਵਿੱਚ ਗੋਲੀਆਂ ਖਾਧੀਆਂ, ਪਰ ਗੁਰੂ ਪਿਆਰਿਓ ਇਹ ਕਦੇ ਵੀ ਡੋਲੇ ਨਹੀਂ, ਥਿੜਕੇ ਨਹੀਂ, ਘਬਰਾਏ ਨਹੀਂ। ਸਾਈਂ ਤੁਲਸੀਦਾਸ ਇੱਕ ਗੱਲ ਲਿਖਦਾ, ਉਹ ਕਹਿੰਦਾ ਜਨਨੀ ਜਨਾ ਤੋਂ ਭਗਤ ਜਨ ਕਹਿ ਦਾਤਾ ਕੈ ਸੂਰ ਨਹੀਂ ਤਾਂ ਜਨਨੀ ਬਾਜ ਰਹੇ ਕਾਹੇ ਗਵਾਵੇ ਨੂਰ। ਉਹ ਕਹਿੰਦਾ ਔਰਤ ਜਿਸ ਬੱਚੇ ਨੂੰ ਜਨਮ ਦਿੰਦੀ ਹੈ ਨਾ, ਉਹਦੇ ਵਿੱਚ ਤਿੰਨਾਂ ਗੁਣਾਂ ਦੇ ਵਿੱਚੋਂ ਇੱਕ ਦਾ ਹੋਣਾ ਲਾਜ਼ਮੀ ਹੈ, ਜਾਂ ਉਹ ਦਾਤਾ ਹੋਵੇ, ਜਾਂ ਭਗਤ ਹੋਵੇ, ਜਾਂ ਸੂਰਮਾ ਹੋਵੇ। ਨਹੀਂ ਤੇ ਔਰਤ ਨੂੰ ਆਪਣੀ ਸੁੰਦਰਤਾ, ਬਿਊਟੀ ਖਰਾਬ ਨਹੀਂ ਕਰਨੀ ਚਾਹੀਦੀ। ਤੇ ਅੱਜ ਆ ਮੋਰਚੇ ਦੇ ਵਿੱਚ ਆਪ ਵੀ ਜਿੰਨੇ ਕੁ ਗਿਣਤੀ ਦੇ ਵਿੱਚ ਇਕੱਤਰ ਹੋਏ ਜੁੜ ਬੈਠੇ ਹੋ, ਤੁਸੀਂ ਵੀ ਸੂਰਮਤਾਈ ਦੇ ਨਾਲੋਂ ਘੱਟ ਨਹੀਂ, ਕਿਸੇ ਸੂਰਮੇ ਦੇ ਨਾਲੋਂ ਘੱਟ ਨਹੀਂ। ਕਿਉਂਕਿ ਆਪਣੇ ਹੱਕਾਂ ਦੇ ਲਈ ਸੁਚੇਤ ਹੋਣਾ, ਆਪਣੇ ਹੱਕਾਂ ਵਾਸਤੇ ਸੰਘਰਸ਼ ਕਰਨਾ, ਇਹ ਵੀ ਇੱਕ ਸੂਰਮਤਾਈ ਦੀ ਨਿਸ਼ਾਨੀ ਹੈ। ਜਿਹਦੀ ਜ਼ਮੀਰ ਮਰ ਚੁੱਕੀ ਹੋਵੇ, ਉਹਨੇ ਆਪਣੇ ਹੱਕਾਂ ਪ੍ਰਤੀ ਕੀ ਲੜਨਾ। ਇਹ ਜਾਗਦੀਆਂ ਜ਼ਮੀਰਾਂ ਵਾਲੇ ਸੂਰਮਤਾਈ ਹੈ, ਜਿਨ੍ਹਾਂ ਦੇ ਵਿੱਚ ਹੈ ਇਹ ਮੋਰਚੇ ਵੀ ਉਹੀ ਲੜ ਸਕਦੇ ਨੇ। ਖੈਰ ਗੁਰੂ ਪਿਆਰਿਓ, 1738 ਦੇ ਵਿੱਚ ਨਾਦਰ ਨੇ ਦਿੱਲੀ ਦੇ ਉੱਤੇ ਹਮਲਾ ਕੀਤਾ। 5 ਮਈ 1739 ਈਸਵੀ ਨੂੰ ਇਹ ਦਿੱਲੀ ਨੂੰ ਲੁੱਟ ਕੇ ਵਾਪਸ ਮੁੜਿਆ।
ਅੱਗੋਂ ਗੁਰੂ ਕੇ ਖਾਲਸੇ ਨੇ ਆ ਦਰਸ਼ਨ ਦਿੱਤੇ। ਰਾਤ ਸਮੇਂ ਨਾਦਰ ਦੀਆਂ ਫੌਜਾਂ ਦੇ ਉੱਤੇ ਹਮਲਾ ਕਰਨਾ, ਉਹਦੇ ਕੋਲ ਲੁੱਟ ਦਾ ਮਾਲ ਵਾਪਸ ਕਰਵਾਉਣਾ, ਹਿੱਸਾ ਵੰਡਾਉਣਾ, ਔਰ ਦਿਨ ਚੜ੍ਹਨ ਤੋਂ ਪਹਿਲਾਂ ਖਾਲਸੇ ਨੇ ਪਹਾੜਾਂ ਤੇ ਜਾ ਚੜ੍ਹਨਾ, ਜੰਗਲਾਂ ਵਿੱਚ ਜਾ ਵੜਨਾ। ਇਸ ਤਰ੍ਹਾਂ ਲਾਹੌਰ ਤੱਕ ਇਸ ਦਾ ਪਿੱਛਾ ਕੀਤਾ ਗਿਆ। ਈਰਾਨ ਅਫਗਾਨਿਸਤਾਨ ਨੂੰ ਫਤਿਹ ਕਰਨ ਵਾਲਾ ਨਾਦਰ ਪੰਜਾਬ ਦੇ ਮੁੱਠੀ ਭਰ ਸਿੱਖਾਂ ਦੇ ਹੱਥੋਂ ਘਬਰਾ ਉੱਠਿਆ। ਇਸ ਨੇ ਲਾਹੌਰ ਪਹੁੰਚ ਕੇ ਲਾਹੌਰ ਦਾ ਰਾਜਪਾਲ ਸੂਬੇਦਾਰ ਜ਼ਕਰੀਆ ਖਾਨ ਜਿਹਦੇ ਅੱਗੇ ਸਵਾਲ ਕੀਤਾ, ਕਹਿਣ ਲੱਗਾ, ਜ਼ਕਰੀਆ ਖਾਨ ਬੋਲ, ਇਹ ਕਿਹੜੀ ਕੌਮ ਹੈ ਜਿਹਨੇ ਮੈਨੂੰ ਲੁੱਟਿਆ? ਮੈਂ ਇਸ ਕੌਮ ਦਾ ਮਲੀਆ ਮੇਟ ਕਰਕੇ ਰੱਖ ਦਿਆਂਗਾ। ਬੋਲ, ਇਹ ਖਾਂਦੇ ਪੀਂਦੇ ਕੀ ਨੇ, ਇਹਨਾਂ ਦੇ ਘਰ ਕਿੱਥੇ ਨੇ, ਇਹ ਰਹਿੰਦੇ ਕਿੱਥੇ ਨੇ, ਇਹਨਾਂ ਦੀ ਤਸਵੀਰ ਕਿਹੋ ਜਿਹੀ ਹੈ? ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਨ ਹੱਸਿਆ, ਕਹਿਣ ਲੱਗਾ, ਬਾਦਸ਼ਾਹ ਕੁਝ ਨਾ ਪੁੱਛ, ਇਸ ਕੌਮ ਨੂੰ ਲੋਕੀ ਕਹਿੰਦੇ ਨੇ ਖਾਲਸਾ। ਇਹਨਾਂ ਦਾ ਵੱਡਾ ਪੀਰ ਹੋਇਆ ਗੁਰੂ ਨਾਨਕ ਦੇਵ। ਇਹਨਾਂ ਦੇ ਪੰਜਵੇਂ ਪੀਰ ਨੂੰ ਤੱਤੀਆਂ ਤਵੀਆਂ ਦੇ ਉੱਤੇ ਬਿਠਾ ਕੇ ਸ਼ਹੀਦ ਕੀਤਾ ਗਿਆ। ਇਹਨਾਂ ਦੇ 9ਵੇਂ ਪੀਰ ਨੂੰ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਗਿਆ। ਇਹਨਾਂ ਦੇ 10ਵੇਂ ਪੀਰ ਦੇ ਵੱਡੇ ਬੱਚੇ ਚਮਕੌਰ ਦੇ ਵਿੱਚ ਮਾਰੇ ਗਏ। ਛੋਟੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਚੜ ਕੇ ਸ਼ਹੀਦ ਕੀਤੇ ਗਏ। ਇਹ ਢੀਠ ਇਹਨੇ ਨੇ ਫਿਰ ਵੀ ਕਹਿੰਦੇ ਨੇ ਰਾਜ ਕਰੇਗਾ ਖਾਲਸਾ। ਉਹ ਕਹਿੰਦਾ ਇਹਨਾਂ ਦਾ ਇੱਕ ਵੱਡਾ ਲੀਡਰ ਹੋਇਆ ਬੰਦਾ ਸਿੰਘ ਬਹਾਦਰ, ਜਿਹੜਾ 19 ਜੂਨ 1716 ਨੂੰ ਬਾਦਸ਼ਾਹ ਫਰਖਸੀਰ ਦੇ ਹੁਕਮਾਂ ਦੇ ਨਾਲ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਗਿਆ। ਇਹਨਾਂ ਦੇ ਬੰਦ ਕੱਟੇ ਗਏ, ਇਹਨਾਂ ਨੂੰ ਭੱਠੀਆਂ 'ਚ ਝੋਕਿਆ ਗਿਆ, ਇਹਨਾਂ ਨੂੰ ਆਰਿਆਂ ਨਾਲ ਚੀਰਿਆ ਗਿਆ, ਇਹਨਾਂ ਨੂੰ ਉੱਬਲਦੀਆਂ ਦੇਗਾਂ ਦੇ ਵਿੱਚ ਉਬਾਲਿਆ ਗਿਆ, ਇਹਨਾਂ ਨੂੰ ਚਰਖੜੀਆਂ ਦੇ ਉੱਤੇ ਚਾੜਿਆ ਗਿਆ। ਇਹ ਢੀਠ ਇਹਨੇ ਨੇ ਫਿਰ ਵੀ ਕਹਿੰਦੇ ਨੇ ਰਾਜ ਕਰੇਗਾ ਖਾਲਸਾ। ਨਾਦਰ ਪੁੱਛਦਾ, ਇਹ ਰਹਿੰਦੇ ਕਿੱਥੇ ਨੇ? ਕਹਿਣ ਲੱਗਾ, ਰਹਿੰਦੇ ਨੇ ਜੰਗਲਾਂ ਪਹਾੜਾਂ ਦੇ ਵਿੱਚ। ਉਹ ਕਹਿੰਦਾ, ਇਹਨਾਂ ਦੇ ਘਰ ਕਿੱਥੇ ਨੇ? ਕਹਿਣ ਲੱਗਾ, ਘੋੜਿਆਂ ਦੀਆਂ ਕਾਠੀਆਂ ਤੇ। ਹਜ਼ਾਰ ਮੀਲ ਸਫ਼ਰ ਕਰ ਜਾਂਦੇ ਨੇ ਫਿਰ ਵੀ ਨਹੀਂ ਥੱਕਦੇ। ਨਾਦਰ ਕਹਿੰਦਾ, ਖਾਂਦੇ ਪੀਂਦੇ ਕੀ ਨੇ? ਕਹਿਣ ਲੱਗਾ, ਖਾਂਦੇ ਨੇ ਗਾਜਰਾਂ, ਮੂਲੀਆਂ, ਸ਼ਲਗਮ, ਡੇਲੇ, ਬਾਟੇ, ਦਰਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਦੇ। ਉਹ ਕਹਿੰਦਾ, ਇਹਨਾਂ ਦੀ ਤਸਵੀਰ, ਇਹਨਾਂ ਦਾ ਸੁਭਾਅ ਕਿਹੋ ਜਿਹਾ? ਕਹਿਣ ਲੱਗਾ, ਇਹ ਆਪਣੇ ਆਪ ਨੂੰ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਦਾ ਖਾਲਸਾ, ਤੇ ਦੂਜਿਆਂ ਨੂੰ ਕਹਿੰਦੇ ਨੇ ਸਭ ਦਬਲੂ ਕੁਸੜੂ 84 ਦਾ ਮਾਲ ਇਕੱਠਾ ਕੀਤਾ ਹੋਇਆ। ਇੰਨੀ ਸੁਣ ਕੇ ਨਾਦਰ ਹੱਸਿਆ, ਕਹਿਣ ਲੱਗਾ, ਜੇ ਇਹ ਕੌਮ ਠੀਕ ਇਹੋ ਜਿਹੀ ਹੈ, ਕਿਸੇ ਦਿਨ ਨੂੰ ਪੰਜਾਬ ਦੇ ਉੱਤੇ ਰਾਜ ਕਰੇਗੀ। ਹੁਣ ਇੰਨੀਆਂ ਗੱਲਾਂ ਕਰਕੇ ਨਾਦਰ ਆਪਣੀ ਵਲਾਇਤ ਨੂੰ ਮੁੜ ਗਿਆ। ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਨ ਜਿਹਨੂੰ ਅੱਗ ਲੱਗ ਉੱਠੀ, ਉਹਨੇ ਸੋਚਿਆ ਵੀ ਮੈਨੂੰ ਕਿਸੇ ਨੇ ਅਬਦੁਲ ਸਮਦ ਖਾਨ ਦਾ ਪੁੱਤਰ ਨਹੀਂ ਕਹਿਣਾ ਜਿਵੇਂ ਸਿੱਖਾਂ ਦਾ ਖੁਰਾ ਖੋਜ ਨਾ ਮਟਾਇਆ। ਉਸਨੇ ਐਲਾਨ ਕਰ ਦਿੱਤਾ, ਜਿਹੜਾ ਸਿੱਖ ਦੀ 10 ਪਾਏ ਉਸ ਨੂੰ 25 ਰੁਪਏ ਇਨਾਮ, ਜਿਹੜਾ ਸਿੱਖ ਨੂੰ ਮਾਰ ਕੇ ਲਿਆਏ ਉਸ ਨੂੰ 50 ਰੁਪਏ ਇਨਾਮ, ਜਿਹੜਾ ਸਿੱਖ ਨੂੰ ਜਿਉਂਦੇ ਨੂੰ ਫੜ ਲਿਆਵੇ ਉਸ ਨੂੰ 80 ਰੁਪਏ ਇਨਾਮ, ਜਿਹੜਾ ਸਿੱਖ ਦਾ ਘਰ ਲੁੱਟ ਲਵੇ ਉਸ ਨੂੰ ਲੁੱਟ ਮੁਆਫ, ਜਿਹੜਾ ਕਤਲ ਕਰ ਦੇਵੇ ਉਸ ਨੂੰ ਖੂਨ ਮੁਆਫ, ਜਿਹੜਾ ਪਤਾ ਹੁੰਦਿਆਂ ਸੁਣਦਿਆਂ ਵੀ ਖਬਰ ਨਾ ਦੇਵੇ, ਸਿੰਘਾਂ ਨੂੰ ਪਨਾਹ ਦੇਵੇ, ਉਸ ਨੂੰ ਸਜ਼ਾਏ ਮੌਤ। ਐਲਾਨ ਹੋਣ ਦੀ ਦੇਰ ਸੇ ਪੰਜਾਬ ਦਾ ਪੱਤਾ ਪੱਤਾ ਖਾਲਸੇ ਦਾ ਬੈਰੀ ਬਣ ਗਿਆ। शयाद ने जब आग दी अशियाने को मेरे तकिया जिन पे था वो ही पत्ते हवा देने लगे। अपने बेगाने बन गए, कईयां ने डायरियां दित्तियां, सिंघां नूं पकड़ाया। और गुरु प्यारिओ सरकार दा कहर जिहड़ा सी खालसे दे उपर टुट पिया। शायर कहंदा जद ईस्वी सन 1700 चढ़ पिया 38 मुगलों की सरकार सी हो गई कपत्ते। जदों कूए बांगर जालमा फड़ परजा कत्ते, जद हिंदियां दी पंजाब चो गुल हो गई बत्ते। बई शर्मे आ सरकार विच ना रह गया रत्ते, ना पौड़े देवी देवते, ना भैरो जत्ते। इत्थे रहा ना धक्के शाही दा कोई ओढ़क बन्ना, सो चुक ले जांदे घरां चों कुड़ियां ते रन्ना, चुन चुन के सिंह मरवाउंदे खुश करन तमन्ना। कई मारे चरखी चाढ़ के दुख बन सवन्ना। अज रंगला देता खून नाल इतिहास का पन्ना, एक बारी सारा पंथ से हो गया चकन्ना। सब खाली हो गए पिंड शहर लुधियाना खन्ना। सिंह जंगलों में दिन कटदे पा कच्छ घटना, उत्थे खाण नूं गाजर मूलियां, चोपण नूं गन्ना, ना लभे मंजा बेतरा, ना थाली छन्ना। जद लिखदे ने इतिहासकार गल किवें ना मन्ना, नहीं रिसिया तेरिया जग ते ओ पंजाबी चन्ना। एक बार लाहौर सरकार की साथी का दौर गुरु गोबिंद सिंह महाराज के खालसे के उपर
ਪਿਆਰਿਓ ਅੱਜ ਆਪਾਂ ਇਹ ਮੋਰਚਾ ਲਾ ਕੇ ਬੈਠੇ ਆ, ਇਹਦੀ ਲੋੜ ਕਿਉਂ ਪਈ? ਅੱਜ ਆਪਾਂ ਏਕਤਾ ਦੀ ਗੱਲ ਕਰਦੇ ਆ, ਪਰ ਇੱਕ ਗੱਲ ਪੱਕੀ ਆ, ਜੇ ਕਿਤੇ ਇਹੀ ਏਕਤਾ 84 ਵੇਲੇ ਵਿਖਾਈ ਹੁੰਦੀ ਤੇ ਅੱਜ ਇਸ ਤਰ੍ਹਾਂ ਧਰਨੇ ਲਾ ਕੇ ਨਾ ਬਹਿਣਾ ਪੈਂਦਾ। ਉਹ 20ਵੀਂ ਸਦੀ ਦੇ ਮਹਾਨ ਸੂਰਬੀਰ ਯੋਧੇ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਜਿਨ੍ਹਾਂ ਨੇ 18 ਮੰਗਾਂ ਜਿਹੜੀਆਂ ਸੀ ਰੱਖੀਆਂ, ਤੇ ਗੁਰੂ ਪਿਆਰਿਓ ਇੱਕ ਮੰਗ ਸਿੱਖਾਂ ਵਾਸਤੇ ਸੀ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਉਹ ਦੇ ਦਿੱਤਾ ਜਾਏ, ਤੇ ਬਾਕੀ 17 ਦੀਆਂ 17 ਮੰਗਾਂ ਜਿਹੜੀਆਂ ਸੀ ਉਹ ਪੰਜਾਬ ਦੇ ਹੱਕਾਂ ਪ੍ਰਤੀ ਸਨ। ਤੇ ਜੇ ਕਿਤੇ ਉਦੋਂ ਏਕਤਾ ਵਿਖਾਈ ਹੁੰਦੀ, ਇਹ ਮੰਗਾਂ ਲਾਗੂ ਹੋ ਜਾਂਦੀਆਂ, ਮਨਜ਼ੂਰ ਹੋ ਜਾਂਦੀਆਂ, ਤੇ ਅੱਜ ਇਸ ਤਰ੍ਹਾਂ ਧਰਨੇ ਨਾ ਲਾਉਣੇ ਪੈਂਦੇ। ਪੰਜਾਬ ਦੇ ਸੈਂਟਰ ਦੀ ਸਰਕਾਰ ਜਿਹੜੀ ਹੈ ਸਾਡੇ ਦੇਸ਼ ਦੀ, ਉਹਦੇ ਕੰਨਾਂ ਤੇ ਜੋ ਨਹੀਂ ਸੜਕ ਦੀ ਬੋਲੀ ਹੋਈ ਬੈਠੀ ਹੈ। 1 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਇਹ ਧਰਨਾ ਲੱਗੇ ਨੂੰ, ਮੋਰਚਾ ਲੱਗੇ ਨੂੰ, ਪਰ ਸਰਕਾਰ ਜਿਹੜੀ ਆ ਉਹ ਟੱਸ ਤੋਂ ਮੱਸ ਨਹੀਂ ਹੋਈ, ਕਿਉਂਕਿ ਸਰਕਾਰ ਜਿਹੜੀ ਆ ਉਹ ਬੋਲੀ ਹੋ ਚੁੱਕੀ ਹੈ। ਪਰ ਗੁਰੂ ਪਿਆਰਿਓ ਉਹਨੂੰ ਇਹ ਨਹੀਂ ਪਤਾ ਬਈ ਸਰਕਾਰ ਨੇ ਮੱਥਾ ਕਿਹਦੇ ਨਾਲ ਲਾਇਆ। ਇਹ ਪੰਜਾਬੀ ਨੇ, ਜਿਹੜੇ ਡਟ ਜਾਣ ਇੱਕ ਵਾਰ ਫਿਰ ਪਿੱਛੇ ਨਹੀਂ ਮੁੜਦੇ। ਇਹ ਸਾਡਾ ਅੱਜ ਤੱਕ ਦਾ ਇਤਿਹਾਸ ਗਵਾਹ ਹੈ, ਇਤਿਹਾਸ ਦੱਸਦਾ। ਇਹ ਜਦੋਂ ਡਟ ਜਾਂਦੇ ਨੇ ਫਿਰ ਪਿਛਾਂਹ ਨਹੀਂ ਮੁੜਦੇ। ਇਹ ਗੁਰੂ ਦੀ ਕਿਰਪਾ ਇਹਨਾਂ ਦੇ ਉੱਤੇ। ਇਹ ਚੱਲ ਰਹੇ ਰੇਲ ਗੱਡੀਆਂ ਨੂੰ ਛਾਤੀਆਂ ਢਾਹ ਕੇ ਰੋਕ ਦਿੰਦੇ ਨੇ, ਹਿੱਕਾਂ ਢਾਹ ਕੇ ਗੋਲੀਆਂ ਖਾ ਲੈਂਦੇ ਨੇ, ਫਿਰ ਪਿੱਛੇ ਨਹੀਂ ਮੁੜਦੇ, ਕਿਉਂਕਿ ਆਪਣੇ ਹੱਕਾਂ ਪ੍ਰਤੀ ਤੇ ਹੱਕ ਜਿਹੜੇ ਨੇ ਉਹ ਸੰਘਰਸ਼ ਕਰਕੇ ਮਿਲਦੇ ਨੇ। ਤੇ ਜੇ ਕਹੀਏ ਮੰਗਿਆ ਹੱਕ ਮਿਲ ਜਾਣ, ਮੰਗਿਆ ਹੱਕ ਨਹੀਂ ਮਿਲਦੇ, ਮੰਗਿਆ ਭੀਖ ਮਿਲਦੀ ਹੈ। ਅੱਜ ਆਪਣੇ ਹੱਕਾਂ ਪ੍ਰਤੀ ਇਹ ਸੰਘਰਸ਼ ਦੇ ਵਿੱਚ ਇਕੱਤਰ ਹੋਏ ਆ, ਤੁਸੀਂ ਸਾਰਿਆਂ ਦਾ ਧੰਨਵਾਦ ਹੈ। ਮੈਂ ਗੱਲ ਕਰ ਰਿਹਾ ਸੀ, ਲਾਹੌਰ ਦੀ ਸਰਕਾਰ ਜਿਹਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਵੀ ਇਹਨੂੰ ਖਤਮ ਕਰਨਾ ਹੈ, ਪਰ ਗੁਰੂ ਪਿਆਰਿਓ ਬੜਾ ਕਹਿ ਢਾਇਆ ਇਸ ਕੌਮ ਦੇ ਉੱਤੇ। ਦੂਰ ਦੂਰ ਤੱਕ ਜਿੱਥੇ ਕੋਈ ਮਾਝੇ ਦੇ ਵਿੱਚ ਸਿੱਖ ਨਜ਼ਰ ਆਇਆ, ਉਸ ਨੂੰ ਸ਼ਹੀਦ ਕਰ ਦਿੱਤਾ ਗਿਆ, ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਹਨਾਂ ਦੇ ਸਿਰ ਵੱਢ ਕੇ ਚੌਧਰੀਆਂ ਦੇ ਵੱਲੋਂ ਲਾਹੌਰ ਦਰਬਾਰ ਦੇ ਵਿੱਚ ਜਾ ਕੇ ਪੇਸ਼ ਕੀਤੇ ਗਏ ਤੇ ਜ਼ਕਰੀਆ ਖਾਨ ਦੇ ਕੋਲੋਂ ਇਨਾਮ ਪ੍ਰਾਪਤ ਕੀਤੇ ਗਏ। ਇਸ ਤਰ੍ਹਾਂ ਦਾ ਸਮਾਂ ਵੀ ਇਸ ਕੌਮ ਦੇ ਉੱਤੇ ਆਇਆ। ਫਿਰ ਵੀ ਗੁਰੂ ਦੀ ਕਿਰਪਾ ਇਸ ਕੌਮ ਦੇ ਉੱਤੇ ਕਿ ਇਹ ਕੌਮ ਉਸ ਵੇਲੇ ਵੀ ਗੁਰੂ ਪਿਆਰੇ ਡੋਲੀ ਨਹੀਂ ਥਿੜਕੇ ਨੇ, ਡਟ ਕੇ ਇਹਨੇ ਜ਼ਬਰ ਦਾ ਮੁਕਾਬਲਾ ਜਿਹੜਾ ਉਹ ਸਬਰ ਦੇ ਨਾਲ ਕੀਤਾ। ਇਤਿਹਾਸ ਦੱਸਦਾ ਇੱਕ ਵਾਰ 20 ਸਿੰਘਾਂ ਦਾ ਜਥਾ ਪਹਾੜਾਂ ਤੋਂ ਤੁਰਦਾ ਹੋਇਆ ਪਿੰਡ ਘਣੀਆਂ ਰੰਧਾਵਿਆਂ ਦੇ ਆ ਉਤਰਿਆ। ਉਸ ਇਲਾਕੇ ਦਾ ਚੌਧਰੀ ਸ਼੍ਰੀਰਾਮਾ ਰੰਧਾਵਾ, ਉਸ ਨੂੰ ਪਤਾ ਲੱਗਾ ਫੌਜ ਲੈ ਕੇ ਚੜ੍ਹਾਈ ਕਰਕੇ ਆ ਗਿਆ। ਸਿੰਘ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ, ਸ਼ਹੀਦੀਆਂ ਪ੍ਰਾਪਤ ਕਰ ਗਏ ਤੇ ਉਹਨਾਂ ਦੇ ਸਿਰ ਵੱਢ ਕੇ ਚੌਧਰੀ ਰਾਮੇ ਰੰਧਾਵੇ ਨੇ ਲਾਹੌਰ ਦਰਬਾਰ ਦੇ ਵਿੱਚ ਜਾ ਕੇ ਪੇਸ਼ ਕੀਤੇ ਤੇ ਇਨਾਮ ਪ੍ਰਾਪਤ ਕੀਤੇ। ਇਸ ਤਰ੍ਹਾਂ ਦਾ ਸਮਾਂ ਵੀ ਆਇਆ। ਗੁਰਬਾਣੀ ਦਾ ਵਾਕਾ ਵਕਤ ਵਿਚਾਰੇ ਸੋ ਬੰਦਾ ਹੋਏ। ਸਮੇਂ ਦੀ ਨਿਜਾਕਤ ਨੂੰ ਪਛਾਣਨਾ ਹਰ ਬੰਦੇ ਦਾ ਮੁੱਖ ਫਰਜ਼ ਬਣਦਾ ਹੈ। ਹੁਣ ਸਿੰਘਾਂ ਨੇ ਸਮੇਂ ਨੂੰ ਵੇਖਿਆ, ਸਮੇਂ ਨੂੰ ਪਹਿਚਾਣਿਆ। ਖਾਸ ਕਰਕੇ ਮਾਝੇ ਦੇ ਇਲਾਕੇ ਦੇ ਵਿੱਚ ਜਿਹੜੇ ਸਿੰਘ ਸੀ ਨਾ, ਉਹ ਇਲਾਕਾ ਜਿਹੜਾ ਸੀ ਖਾਲੀ ਕਰ ਗਏ। ਦਿੱਲੀ ਆਗਰਾ ਲੰਘ ਗਏ, ਹਾਂਸੀ ਹਿਸਾਰ ਨੂੰ ਚਲੇ ਗਏ, ਬੀਕਾਨੇਰ ਦੇ ਝੱਲਾਂ ਦੇ ਵਿੱਚ ਜਾ ਬੈਠੇ
ਤੇ ਇਧਰ ਸਰਕਾਰ ਨੇ ਐਲਾਨ ਕਰ ਦਿੱਤਾ ਵੀ ਮਾਝੇ ਦੇ ਸਿੰਘ ਜਿਹੜੇ ਨੇ ਉਹ ਖਤਮ ਕਰ ਦਿੱਤੇ ਗਏ। ਸਾਡੇ ਪਵਿੱਤਰ ਗੁਰਧਾਮ ਸ੍ਰੀ ਤਰਨਤਾਰਨ ਸਾਹਿਬ, ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ, ਜਿੱਥੇ ਪੁਲਿਸ ਦੇ ਪਹਿਰੇ ਲਾ ਦਿੱਤੇ, ਨਾਕੇ ਲਾ ਦਿੱਤੇ ਗਏ, ਔਰ ਗੁਰੂ ਪਿਆਰਿਓ ਨੌਜਵਾਨਾਂ ਨੂੰ ਦਰਸ਼ਨ ਇਸ਼ਨਾਨ ਵੀ ਨਹੀਂ ਕਰਨ ਦਿੱਤੇ ਜਾਂਦੇ। ਕੌਮ ਦੇ ਨੌਜਵਾਨ ਤਿਲ ਮਿਲਾ ਉੱਠੇ। ਸ਼ਾਇਰ ਕਹਿੰਦਾ ਬੋਤਾ ਸਿੰਘ ਸਰਦਾਰ ਸਿੰਘ, ਉਹਦਾ ਪਿੰਡ ਪੜਾਣਾ, ਉਹਦੇ ਨਾਲ ਇੱਕ ਗਰਜਾ ਸਿੰਘ ਸੀ ਰੰਗ ਰੇਟਾ ਰਾਣਾ, ਉਹ ਅੰਮ੍ਰਿਤਸਰ ਨੂੰ ਤੁਰ ਪਏ। ਤੱਕ ਸਮਾਂ ਸੁਹਾਣਾ, ਉਹਨਾਂ ਵੇਖਿਆ ਜਾ ਹਰਮੰਦਰ ਵਿੱਚ ਬੈਠਾ ਜਰਵਾਣਾ, ਉਹਨਾਂ ਵੇਖ ਕੇ ਸਭ ਕੁਝ ਸਹਿ ਲਿਆ, ਮਨ ਗੁਰੂ ਦਾ ਭਾਣਾ, ਪਰ ਸੀਨੇ ਵਿੱਚ ਅੱਗ ਲੱਗ ਗਈ, ਨਾ ਖਾਧਾ ਖਾਣਾ। ਗੁਰੂ ਪਿਆਰਿਓ ਤਰਨ ਤਾਰਨ ਤੋਂ ਝਬਾਲ ਨੂੰ ਜਾਣ ਵਾਲੀ ਸੜਕ ਦੇ ਉੱਤੇ ਇੱਕ ਪਿੰਡ ਆਉਂਦਾ ਨੂਰਦੀਨ ਦੀ ਸਰਾਂ। ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਸੇ ਨਗਰ ਦੇ ਹੋਏ ਨੇ ਜਿਨ੍ਹਾਂ ਨੇ ਮਹਾਨ ਗ੍ਰੰਥ ਗੁਰਪ੍ਰਤਾਪ ਸੂਰਜ ਲਿਖਿਆ। ਪਿੰਡ ਤੋਂ ਬਾਹਰ ਮੇਨ ਸੜਕ ਲੰਘ ਰਹੀ, ਸੜਕ ਦੇ ਨਾਲ ਸੰਘਣੇ ਦਰਖਤਾਂ ਦਾ ਜ਼ਖੀਰਾ। ਦੋ ਸਿੰਘ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਜਿਹੜੇ ਨੂਰਦੀਨ ਦੀ ਸਰਾਂ ਅੱਡੇ ਦੇ ਵਿੱਚ ਰੁਕੇ ਹੋਏ ਨੇ। ਦਿਨ ਦਾ ਝੜਾ ਹੋ ਚੱਲਿਆ। ਇਹ ਦੋਵੇਂ ਸਿੰਘ ਜਿਹੜੇ ਸੀ ਇੱਕ ਝੜੀ ਦੇ ਵਿੱਚ ਜਾ ਵੜੇ, ਬੈਠ ਕੇ ਕੁਝ ਵਿਚਾਰਾ ਕਰ ਰਹੇ ਨੇ। ਅਚਾਨਕ ਸੜਕ ਤੋਂ ਦੋ ਰਾਹੀ ਲੰਘਦੇ ਨੇ। ਇੱਕ ਦੀ ਨਿਗਾਹ ਬਾਬਾ ਬੋਤਾ ਸਿੰਘ ਦੇ ਦਮਾਲੇ ਦੇ ਉੱਤੇ ਜਾ ਪਈ। ਉਹਨੇ ਨਾਲ ਦੇ ਨੂੰ ਆਵਾਜ਼ ਮਾਰੀ, ਕਹਿੰਦਾ ਧਣੀ ਰਾਮਾ, ਮੈਨੂੰ ਸ਼ੱਕ ਹੈ ਆਹ ਸਾਹਮਣੇ ਝਿੜੀ ਦੇ ਵਿੱਚ ਸਿੰਘ ਬੈਠੇ ਨੇ। ਉਹ ਕਹਿੰਦਾ ਸਿੰਘ ਤੇ ਸਰਕਾਰ ਕਹਿੰਦੀ ਖਤਮ ਕਰ ਦਿੱਤੇ ਗਏ ਨੇ। ਕਹਿੰਦਾ ਨਹੀਂ, ਨੀਲੇ ਦਸਤਾਰੇ ਕੇਸਰੀ ਬਾਣੇ ਲੱਕਾਂ ਨੂੰ ਕਮਰ ਕਸੇ ਇਹ ਸਿੰਘ ਨੇ ਤਾਂ ਹੋਰ ਕੌਣ ਨੇ। ਔਰ ਇਹ ਆਵਾਜ਼ਾਂ ਜਿਹੜੀਆਂ ਨੇ ਸਿੰਘਾਂ ਦੇ ਕੰਨਾਂ ਦੇ ਵਿੱਚ ਜਾ ਪੈਂਦੀਆਂ ਨੇ, ਜਿਵੇਂ ਰਾਹੀ ਗੱਲਾਂ ਕਰਦੇ ਨੇ, ਉਹ ਆਵਾਜ਼ ਸਿੰਘਾਂ ਦੇ ਕੰਨਾਂ ਤੱਕ ਪਹੁੰਚਦੀ ਹੈ। ਉਹ ਸਾਰੀ ਵਾਰਤਾ ਨੂੰ ਕਵਿਤਾ ਦੇ ਰੂਪ ਦੇ ਵਿੱਚ ਢਾਡੀ ਜਥਾ ਆਪ ਸੰਗਤਾਂ ਦੀ ਸੇਵਾ ਦੇ ਵਿੱਚ ਇਉਂ ਕਹਿ ਰਹੇ।
ਵਿੱਚ ਗੱਲਾਂ ਕਰਦੇ ਨੇ। ਇੱਕ ਨੇ ਨਾਲ ਦੇ ਨੇ ਆਵਾਜ਼ ਮਾਰੀ ਵੇ ਮੈਨੂੰ ਸ਼ੱਕ ਹੈ ਉਹ ਸਾਹਮਣੇ ਝਿੜੀ ਦੇ ਵਿੱਚ ਸਿੰਘ ਬੈਠੇ ਨੇ। ਦੂਜਾ ਕਹਿੰਦਾ ਨਹੀਂ ਸਿੰਘ ਤਾਂ ਸਰਕਾਰ ਕਹਿੰਦੀ ਖਤਮ ਹੋ ਗਏ ਨੇ। ਨਾਲ ਦਾ ਕਹਿੰਦਾ ਨਹੀਂ ਨੀਲੇ ਦਸਤਾਰੇ ਕੇਸਰੀ ਬਾਣੇ ਲੱਕਾਂ ਨੂੰ ਕਮਰ ਕੱਸੇ ਇਹ ਸਿੰਘ ਨੇ ਤਾਂ ਹੋਰ ਕੌਣ ਨੇ। ਉਹ ਕਹਿੰਦਾ ਐਵੇਂ ਕੋਈ ਬਹਿਰੂਪੀਆ ਹੋਣਗੇ ਸਿੰਘਾਂ ਦੇ ਨਾਮ ਨੂੰ ਲੱਜ ਲਾਉਂਦੇ ਫਿਰਦੇ ਨੇ ਉਹ ਕਦੇ ਸਿੰਘ ਵੀ ਲੁੱਕ ਕੇ ਬੈਠਦੇ ਨੇ। ਇਹ ਆਵਾਜ਼ਾਂ ਜਿਹੜੀਆਂ ਸਿੰਘਾਂ ਦੇ ਕੰਨਾਂ ਤੱਕ ਪਹੁੰਚਦੀਆਂ। ਕਈ ਵਾਰ ਕਈ ਗੱਲਾਂ ਗੁਰੂ ਪਿਆਰਿਓ ਕਹਿਣ ਸੁਣਨ ਦੇ ਵਿੱਚ ਬੜੀਆਂ ਸਧਾਰਨ ਹੁੰਦੀਆਂ ਨੇ ਪਰ ਉਹਨਾਂ ਦੇ ਅਰਥ ਜਿਹੜੇ ਨੇ ਉਹ ਬੜੇ ਡੂੰਘੇ ਨਿਕਲਦੇ। ਹੁਣ ਰਾਈਆਂ ਨੇ ਗੱਲ ਜਿਹੜੀ ਆ ਉਹ ਸਧਾਰਨ ਕੀਤੀ ਆਪੋ ਵਿੱਚ। ਇੱਕ ਨੇ ਨਾਲ ਦੇ ਨੂੰ ਕਿਹਾ ਵੀ ਉਹ ਸਿੰਘ ਬੈਠੇ ਨੇ। ਦੂਜਾ ਕਹਿੰਦਾ ਨਹੀਂ ਸਿੰਘ ਸਰਕਾਰ ਕਹਿੰਦੀ ਖਤਮ ਹੋ ਗਏ ਨੇ। ਉਹ ਕਹਿੰਦਾ ਨਹੀਂ ਨੀਲੇ ਦਸਤਾਰੇ ਕੇਸਰੀ ਬਾਣੇ ਲੱਕਾਂ ਨੂੰ ਕਮਰ ਕੱਸੇ ਇਹ ਸਿੰਘ ਨਹੀਂ ਤਾਂ ਹੋਰ ਕੌਣ ਨੇ। ਉਹ ਕਹਿੰਦਾ ਐਵੇਂ ਬਹਿਰੂਪੀਏ ਹੋਣਗੇ ਗਿੱਦੜ ਹੌਂਕਦੇ ਫਿਰਦੇ ਨੇ ਸ਼ੇਰਾਂ ਦੀ ਖੱਲ ਪਾ ਕੇ ਉਹ ਕਦੇ ਸਿੰਘ ਵੀ ਲੁੱਕ ਕੇ ਬੈਠਦੇ ਨੇ। ਸ਼ੇਰ ਤਾਂ ਹਮੇਸ਼ਾ ਮੈਦਾਨ ਦੇ ਵਿੱਚ ਗੱਜਦੇ ਨੇ। ਜਿਸ ਵੇਲੇ ਇਹ ਆਵਾਜ਼ਾਂ ਹੁਣ ਸਿੰਘਾਂ ਦੇ ਕੰਨਾਂ ਤੱਕ ਪਹੁੰਚਦੀਆਂ ਨੇ ਸਰਦਾਰ ਗਰਜਾ ਸਿੰਘ ਨੇ ਗੁੱਸੇ ਦੇ ਵਿੱਚ ਆ ਕੇ ਡਾਂਗ ਫੜ ਲਈ। ਬਾਬਾ ਬੋਤਾ ਸਿੰਘ ਕਹਿਣ ਲੱਗੇ ਗਰਜਾ ਸਿਆ ਹਰ ਕੰਮ ਕਰਨ ਤੋਂ ਪਹਿਲਾਂ ਕੁਝ ਸੋਚ ਲੈਣਾ ਚਾਹੀਦਾ ਰਾਹੀ ਠੀਕ ਕਰਦੇ ਨੇ। ਬਾਬਾ ਬੋਤਾ ਸਿੰਘ ਨੇ ਆਪਣੇ ਸਾਥੀ ਗਰਜਾ ਸਿੰਘ ਨੂੰ ਕੁਝ ਕਿਉਂ ਕਹਿ ਰਹੇ।
ਹੁਣ ਗੁਰੂ ਪਿਆਰਿਓ ਕੋਈ ਹੋਰ ਚਲੋ ਠੀਕ ਵਾਰ ਲਾ ਬਾਬਾ ਬੋਤਾ ਸਿੰਘ ਜੀ ਜਿਨ੍ਹਾਂ ਨੇ ਆਪਣੇ ਸਾਥੀ ਗਰਜਾ ਸਿੰਘ ਨੂੰ ਕਿਹਾ ਵੀਰ ਗਰਜਾ ਸਿਆ ਹਰ ਕੰਮ ਕਰਨ ਤੋਂ ਪਹਿਲਾਂ ਕੁਝ ਸੋਚ ਲੈਣਾ ਚਾਹੀਦਾ। ਰਾਖੀ ਠੀਕ ਕਹਿ ਰਹੇ। ਔਰ ਗੁਰੂ ਪਿਆਰਿਓ ਹੁਣ ਦੋਵੇਂ ਸਿੰਘਾਂ ਨੇ ਆਪੋ ਵਿੱਚ ਗੁਰਮਤਾ ਕੀਤਾ, ਵਿਚਾਰ ਕੀਤੀ ਬਈ ਸਰਕਾਰ ਕਹਿੰਦੀ ਹੈ ਬਈ ਸਿੰਘ ਜਿਹੜੇ ਨੇ ਮਾਝੇ ਦੇ ਖਤਮ ਕਰ ਦਿੱਤੇ ਗਏ ਨੇ, ਕੋਈ ਅਜਿਹੀ ਖੇਡ ਖੇਡੀਏ ਜਿਹਦੇ ਨਾਲ ਇੱਕ ਵਾਰ ਸਰਕਾਰ ਦੇ ਕੰਨ ਖੁੱਲ ਜਾਣ, ਸਰਕਾਰ ਨੂੰ ਪਤਾ ਲੱਗ ਜਾਏ ਵੀ ਸਿੰਘ ਜਿਹੜੇ ਖਤਮ ਨਹੀਂ ਹੋਏ, ਸਿੰਘ ਚੜ੍ਹਦੀ ਕਲਾ ਦੇ ਵਿੱਚ ਨੇ। ਔਰ ਗੁਰੂ ਪਿਆਰਿਓ ਦੋਵੇਂ ਸਿੰਘਾਂ ਨੇ ਆਪੋ ਵਿੱਚ ਗੁਰਮਤਾ ਕਰਕੇ ਮੈਂ ਸੜਕ ਦੇ ਉੱਤੇ ਆ ਕੇ ਨਾਕਾ ਲਾ ਲਿਆ, ਇੱਕ ਕੇਸਰੀ ਨਿਸ਼ਾਨ ਝਲਾ ਦਿੱਤਾ, ਬੋਰਡ ਲਿਖ ਕੇ ਲਾ ਦਿੱਤਾ ਵੀ ਇੱਥੇ ਰਾਜ ਖਾਲਸੇ ਦਾ ਹੋ ਗਿਆ, ਹਰ ਕੋਈ ਜਾਣ ਵਾਲਾ ਟੈਕਸ ਦੇ ਕੇ ਜਾਏ। ਗੱਡੇ ਨੂੰ ਆਨਾ ਖੋਤੇ ਨੂੰ ਪੈਸਾ ਟੈਕਸ ਲਾ ਦਿੱਤਾ ਗਿਆ। ਸਿੰਘ ਹੁਣ ਨਾਕਾ ਲਾ ਕੇ ਖੜੇ ਨੇ ਤੇ ਜਿਸ ਵੇਲੇ ਰਾਹੀ ਆਏ ਉਹਨਾਂ ਨੇ ਵੇਖੇ ਸਿੰਘ ਹੈਰਾਨ ਪਰੇਸ਼ਾਨ ਬਈ ਸਰਕਾਰ ਤੇ ਕਹਿੰਦੀ ਸੀ ਕਿ ਮਾਝੇ ਦੇ ਸਿੰਘ ਖਤਮ ਕਰ ਦਿੱਤੇ ਗਏ ਨੇ, ਇਹ ਕਿੱਧਰੋਂ ਆ ਗਏ? ਪਰ ਸਿੰਘਾਂ ਦੇ ਅੱਗੇ ਬੋਲਣ ਦੀ ਜ਼ਰੂਰਤ ਕਿਸੇ ਨੇ ਨਹੀਂ ਕੀਤੀ। ਜਿਹੜਾ ਕੋਈ ਆਵੇ ਟੈਕਸ ਦੇ ਕੇ ਮਸੂਲ ਦੇ ਕੇ ਤੁਰਦਾ ਬਣੇ। ਇਸੇ ਤਰ੍ਹਾਂ ਸਮਾਂ ਗੁਜ਼ਰ ਗਿਆ। ਬਾਬਾ ਬੋਤਾ ਸਿੰਘ ਆਪਣੇ ਸਾਥੀ ਗਰਜਾ ਸਿੰਘ ਨੂੰ ਕਹਿਣ ਲੱਗੇ ਵੀਰ ਗਰਜਾ ਸਿਆ ਸਰਕਾਰ ਨੇ ਪਹਿਲੇ ਬੜੇ ਟੈਕਸ ਲਾ ਰੱਖੇ ਨੇ, ਆਪਾਂ ਉੱਤੇ ਹੋਰ ਟੈਕਸ ਲਾ ਦਿੱਤਾ। ਸਰਕਾਰ ਇਹਦੇ ਨਾਲ ਟੱਚ ਤੋਂ ਮੱਛ ਨਹੀਂ ਹੋਈ, ਕੋਈ ਨਵੀਂ ਖੇਡ ਖੇਡੀਏ ਜਿਹਦੇ ਨਾਲ ਇੱਕ ਵਾਰੀ ਸਰਕਾਰ ਨੂੰ ਪਤਾ ਲੱਗ ਜਾਏ, ਸਰਕਾਰ ਦੇ ਕੰਨ ਖੁੱਲ ਜਾਣ। ਅੱਜ ਵੀ ਆਪਾਂ ਵੇਖਦੇ ਆ ਨਾ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ, ਅਜੇ ਤੱਕ ਸਰਕਾਰ ਟੱਚ ਤੋਂ ਮੱਛ ਨਹੀਂ ਹੋਈ, ਸਰਕਾਰ ਬੋਲੀ ਹੋਈ ਬੈਠੀ ਹੈ। ਹੁਣ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਜਿਨ੍ਹਾਂ ਨੇ ਆਪੋ ਵਿੱਚ ਗੁਰਮਤਾ ਕੀਤਾ ਤੇ ਬਾਬਾ ਬੋਤਾ ਸਿੰਘ ਨੇ ਕਾਗਜ਼ ਕਲਮ ਲੈ ਕੇ ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਨ ਜੀ ਨੂੰ ਇੱਕ ਚਿੱਠੀ ਲਿਖੀ ਹੈ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਦੇ ਵਿੱਚ ਲਿਖਦੇ ਨੇ, ਸਿੰਘ ਨੇ ਚਿੱਠੀ ਦੇ ਵਿੱਚ ਲਿਖਿਆ ਮੇਰਾ ਨਾਂ ਹੈ ਸਿੰਘ ਬੋਤਾ, ਮੈਂ ਰਾਹ ਦੇ ਵਿੱਚ ਖਲੋਤਾ, ਮੇਰੇ ਹੱਥ ਵਿੱਚ ਛੋਟਾ ਮੋਟਾ ਮੈਂ ਆਨਾ ਲੈਂਦਾ ਗੱਡਾ ਤੇ ਪੈਸਾ ਲੈਂਦਾ ਖੋਤਾ, ਕਹਿੰਦੀ ਭਾਬੀ ਖਾਨੋ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ। ਔਰ ਗੁਰੂ ਪਿਆਰਿਓ ਇਹ ਚਿੱਠੀ ਜਿਹੜੀ ਸੀ ਲਾਹੌਰ ਨੂੰ ਜਾਣ ਵਾਲੇ ਰਾਹੀਆਂ ਦੇ ਹੱਥ ਲਾਹੌਰ ਦਰਬਾਰ ਦੇ ਵਿੱਚ ਪਹੁੰਚਾ ਦਿੱਤੀ ਗਈ। ਜਿਸ ਵੇਲੇ ਇਹ ਚਿੱਠੀ ਲਾਹੌਰ ਦਰਬਾਰ ਦੇ ਵਿੱਚ ਗਈ ਇੱਕਦਮ ਕਚਹਿਰੀ ਦੇ ਵਿੱਚ ਛਨਾਟਾ ਛਾ ਗਿਆ। ਸ਼ਾਰਕਾਂ ਦਾ ਚਿੱਠੀ ਪੜ੍ਹੀ ਨਵਾਬ ਨੇ ਬੋਤਾ ਸਿੰਘ ਘੱਲੇ, ਉਹਦੇ ਸੀਨੇ ਵਿੱਚ ਅੱਗ ਲੱਗ ਗਈ, ਮੱਚੀ ਤਰਥੱਲੇ, ਉਹਨੇ ਗੁੱਸੇ ਵਿੱਚ ਪੱਬ ਮਾਰਿਆ, ਉੱਥੇ ਧਰਤੀ ਹੱਲੇ। ਉਹਨੇ ਕਿਹਾ ਸਿੱਖ ਮਰਦੂਦ ਨੇ ਅੱਜ ਗੱਲ ਅਠੱਲੇ, ਉਸ ਫੌਜਦਾਰ ਝੱਟ ਸੱਦਿਆ ਖੜਕਾਈ ਟੱਲੇ, ਉਹ ਕਹਿੰਦਾ ਸੁਣੀਆ ਜਰਾ ਜਲਾਲ ਦੀਨਾ ਗੱਲ ਹੋਈ ਹੈ ਬੱਲੇ, 2 ਸਿੱਖ ਬੜੇ ਗੁਸਤਾਖ ਨੇ ਉਹਨਾਂ ਸੜਕ ਹੈ ਮੱਲੇ, ਉਹ ਖੜੇ ਮਸੂਲ ਗ੍ਰਾਮ ਦੇ ਸਭ ਜਨਤਾ ਠੱਲੇ, ਜਾ ਲੈ ਜਾ 100 ਗੱਭਰੂ ਬਲਵਾਨ ਹਠੱਲੇ, ਅੱਜ ਟੁਕੜੇ ਟੁਕੜੇ ਕਰ ਦਿਓ ਰਣ ਪਾ ਦਿਓ ਜੱਲੇ, ਜਿਵੇਂ ਪੇਂਡੂ ਮੁੰਡੇ ਭੋਰ ਦੇ ਮੱਕੀ ਦੀ ਛੱਲੀ। ਸੱਦ ਕੇ ਫੌਜਦਾਰ ਜਲਾਲਦੀਨ ਨੂੰ ਬੜਾ ਸਖਤ ਹੁਕਮ ਕੀਤਾ ਗਿਆ ਵੀ ਐਸੇ ਵੇਲੇ ਫੌਜ ਲੈ ਕੇ ਨੂਰਦੀਨ ਦੀ ਸਰਾਂ ਦੇ ਉੱਤੇ ਚੜ੍ਹਾਈ ਕੀਤੀ ਜਾਏ, ਜਾਂ ਤੇ ਸਿੰਘਾਂ ਨੂੰ ਮੈਦਾਨ ਦੇ ਵਿੱਚ ਘੇਰ ਕੇ ਖਤਮ ਕੀਤਾ ਜਾਏ, ਜਾਂ ਉਹਨਾਂ ਨੂੰ ਜਿਉਂਦਿਆਂ ਨੂੰ ਗ੍ਰਿਫਤਾਰ ਕਰਕੇ ਮੇਰੇ ਸਾਹਮਣੇ ਲਿਆ ਕੇ ਪੇਸ਼ ਕੀਤਾ ਜਾਏ। ਫੌਜਦਾਰ ਜਲਾਲਦੀਨ ਜਿਹਨੇ ਆਪਣੇ ਨਾਲ 194 ਸਿਪਾਹੀ ਲਏ ਨੇ, ਚੜ੍ਹਾਈ ਕਰ ਦਿੱਤੇ, ਆ ਕੇ ਨੂਰਦੀਨ ਦੀ ਸਰਾਂ ਨੂੰ ਘੇਰਾ ਪਾ ਲਿਆ। ਔਰ ਫੌਜਦਾਰ ਸਿੰਘਾਂ ਨੂੰ ਬੰਗਾਰਦਾ ਕਹਿੰਦਾ ਬੋਤਾ ਸਿਆ ਤੁਸੀਂ 2 ਜਣੇ ਹੋ ਤੇ ਅਸੀਂ 100 ਦੀ ਗਿਣਤੀ ਦੇ ਵਿੱਚ ਆ, ਐਵੇਂ ਜਾਨਾਂ ਨਾ ਗਵਾਓ, ਸਾਡੇ ਨਾਲ ਲੜ ਕੇ ਤੁਸੀਂ ਜਿੱਤ ਨਹੀਂ ਸਕਦੇ, ਹਥਿਆਰ ਸੁੱਟਦੇ ਹੋ, ਮਾਫੀ ਮੰਗ ਲਓ, ਮੈਂ ਤੁਹਾਡੀ ਗਲਤੀ ਦੀ ਮਾਫੀ ਲਾਹੌਰ ਸਰਕਾਰ ਦੇ ਕੋਲੋਂ ਲੈ ਦਿਆਂਗਾ। ਬਾਬਾ ਬੋਤਾ ਸਿੰਘ ਨੇ ਜਿਸ ਵੇਲੇ ਇੰਨੀ ਗੱਲ ਸੁਣੀ ਕਹਿਣ ਲੱਗਿਆ ਫੌਜਦਾਰਾ ਸਿੰਘ ਮਾਫੀਆਂ ਮੰਗਣੀਆਂ ਨਹੀਂ ਜਾਣਦੇ, ਸਿੰਘਾਂ ਵਾਸਤੇ 2 ਹੀ ਕੰਮ ਨੇ, ਫਤਿਹ ਜਾਂ ਸ਼ਹੀਦੀ। ਉਹ ਜੇ ਫੌਜ ਲੈ ਕੇ ਚੜ੍ਹਾਈ ਕਰਕੇ ਆਇਆ ਤੇ ਮਰਦਾਂ ਵਾਲੀ ਗੱਲ ਕਰ, ਅਸੀਂ 2 ਜਣੇ ਆ, ਸਾਡੇ ਮੁਕਾਬਲੇ ਤੇ 4 ਚੌਰਵੇਂ ਸਿਪਾਹੀ ਭੇਜ, ਫਿਰ ਤੈਨੂੰ ਦਸੀਏ ਲੜਾਈ ਕਿਵੇਂ ਲੜੀ ਦੀ ਹੈ। ਫੌਜਦਾਰ ਨੇ 94 ਜੇ 4 ਸਿਪਾਹੀ ਭੇਜੇ ਤੇ ਸਿੰਘਾਂ ਨੇ ਫਿਰ ਗੁਰੂ ਪਿਆਰਿਓ ਪਿੱਠਾਂ ਜੋੜ ਲਈਆਂ, ਹੱਥ ਦੇ ਵਿੱਚ 7-7 ਫੁੱਟ ਲੰਮੇ ਛੋਟੇ ਮੂੰਗਲੀਆਂ ਦੀ ਸ਼ੇਪ ਦੇ, ਜਿਸ ਤਰ੍ਹਾਂ ਦੀਆਂ ਮੂੰਗਲੀਆਂ ਪਹਿਲਵਾਨ ਅਖਾੜਿਆਂ ਦੇ ਵਿੱਚ ਘਮਾਉਂਦੇ ਨੇ, ਲੱਗੇ ਫਿਰ ਡਾਂਗ ਵਰਨ ਜੇ ਤੇਰੇ ਜਿੱਥੇ ਪੈਂਦੀ ਆ, ਉਹ 4 ਦੇ 4 ਜਿਹੜੇ ਸੀ ਧਰਤੀ ਦੇ ਉੱਤੇ ਲਟਾ ਕੇ ਰੱਖ ਦਿੱਤੇ। ਸਿੰਘਾ ਫਿਰ ਬੰਗਾਰਿਆ, ਹੁਣ 8 ਸਿਪਾਹੀ ਭੇਜ, 8 ਉਹ ਖਤਮ ਕੀਤੇ, 8 ਹੋਰ ਆਏ ਉਹ ਵੀ ਮਾਰੇ। ਸਿੰਘਾਂ ਨੇ ਫਿਰ ਬੰਗਾਰਿਆ ਫੌਜਦਾਰਾ ਹੁਣ 10 ਸਿਪਾਹੀ ਭੇਜ, 10 ਹੋਰ ਆਏ। ਸਿੰਘਾਂ ਐਸੀਆਂ ਡਾਂਗਾ ਪਾਈਆਂ ਵੇ ਵੇਖਣ ਵਾਲੇ ਵੀ ਜਿਹੜੇ ਸੀ ਆ ਛੱਜ ਕਰ ਉੱਠੇ, ਉਹ ਵੀ ਵੇਖਦਿਆਂ 10 ਜਿਹੜੇ ਸੀ ਸੁਸਰੀ ਦੀ ਤਰ੍ਹਾਂ ਧਰਤੀ ਦੇ ਉੱਤੇ ਸਮਾ ਕੇ ਰੱਖ ਦਿੱਤੇ। ਹੁਣ ਜਿਸ ਵੇਲੇ 100 ਦੇ ਵਿੱਚੋਂ 30 ਮਾਰੇ ਗਏ ਨਾ,
बाकी बचे 70 सारी फौज दे विच हलचल मच गई। कहन लगे जनाब इस तरह सिंह काबू नहीं आउण लगे कि इस तरह सानू सारियां नू मरवा के छड्डोगे। जे ਸਿੰਘਾਂ नू काबू करना ते इक्को बार इन्हां दे उत्ते हमला किया जाए। फिर किसी फौजदार ने इको बार हमला करने वास्ते हुक्म दे दिता और गुरु प्यारे मुगलों ने आके जोश के अंदर अल्लाहू अकबर क्या अली दे नारे लाए ने। और दूजे पासे गुरु गोबिंद सिंह महाराज दे लाला ने तक्या बैरी नू आए ने जोश दे विच पढ़ी वीर हदी बाणी दक्ष बरमोहे है शुभ कर्म ते काबू ना टरो अफसो जब जाय लड़ो निश्चय कर अपनी जीत करो। हाँ सिख ही अपने मन को ये लालच हो गुण ता उतरो जब आपकी औद निधान बने आप हीरान में तब जूझ मरो कह के मैं सिंगारे छड़े सत श्री अकाल दे जकारे। एक पासे गुरु गोबिंद सिंह महाराज दे 2 लाल और दूजे पासे 70 मुगल सिपाही मैं मैदान के अंदर गबरूआ दा लोहा ते लोहा खड़का पर बड़ा
ਇੰਨਾ ਵਧੀਆ ਡਟ ਕੇ ਲੜੇ ਵੇ ਵੇਖਣ ਵਾਲੇ ਵੀ ਜਿਹੜੇ ਸੀ ਆਸ਼ ਕਰ ਉੱਠੇ। ਸ਼ਾਇਰ ਕਹਿੰਦਾ ਕੌਮ ਦੀ ਜ਼ਿੰਦਗੀ ਖਾਤਰ ਮਨ ਮਾਰਨਾ ਪੈਂਦਾ, ਆਜ਼ਾਦੀ ਜਿੱਤਣੇ ਲਈ ਕਈ ਵਾਰੀ ਹਾਰਨਾ ਪੈਂਦਾ। ਉਹ ਗੁਰੂ ਕੇ ਲਾਲ ਆਪਣੀਆਂ ਜਾਨਾਂ ਨਿਸ਼ਾਵਰ ਕਰ ਗਏ, ਪਰ ਇੱਕ ਵਾਰ ਸਰਕਾਰ ਦੇ ਕੰਨ ਖੋਲ ਗਏ, ਸਰਕਾਰ ਨੂੰ ਦੱਸ ਗਏ ਵੀ ਸਿੰਘ ਖਤਮ ਨਹੀਂ ਹੋਏ, ਸਿੰਘ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ। ਜੋ ਗੁਰੂ ਪਿਆਰਿਓ, ਸਮਾਂ ਸਮਾਪਤ ਹੈ। ਇੰਨੀਆਂ ਬੇਨਤੀਆਂ ਦੇ ਨਾਲ ਖਿਮਾ ਦੇ ਜਾਚਕਾਂ ਮੈਂ ਸਮੁੱਚੇ ਤੌਰ ਤੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਗੁਰੂ ਸਾਹਿਬ ਕਿਰਪਾ ਕਰਨ, ਜਿਸ ਮਕਸਦ ਨੂੰ ਲੈ ਕੇ ਆਪਾਂ ਇਹ ਸੰਘਰਸ਼ ਆਰੰਭ ਕੀਤਾ, ਮੋਰਚਾ ਲਾਇਆ ਹੋਇਆ, ਗੁਰੂ ਸਾਹਿਬ ਅੰਗ ਸੰਗ ਹੋ ਕੇ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਇਸ ਮੋਰਚੇ ਦੇ ਵਿੱਚ ਸਫਲਤਾ ਬਖਸ਼ਿਸ਼ ਕਰਨ। ਅਗਲਾ ਸਮਾਂ ਵੀਰ ਆਪ ਜੀ ਨੂੰ ਸਰਵਣ ਕਰਵਾਉਣਗੇ। ਆਪ ਸੰਗਤਾਂ ਦੀ ਸੇਵਾ ਦੇ ਵਿੱਚ ਹਾਜ਼ਰ ਸੀ ਇੰਟਰਨੈਸ਼ਨਲ 골ਡ ਮੈਡਲਿਸਟ ਢਾਡੀ ਜਥਾ ਗਿਆਨੀ ਜਰਨੈਲ ਸਿੰਘ ਬੈਂਸ, ਪਿੰਡ ਲੱਲੀਆਂ, ਤਹਿਸੀਲ ਫਲੌਰ, ਜ਼ਿਲ੍ਹਾ ਜਲੰਧਰ। ਨਾਲ ਸਾਥ ਦੇ ਰਹੇ ਸਨ ਢਾਡੀ ਮਨਦੀਪ ਸਿੰਘ, ਢਾਡੀ ਸਤਨਾਮ ਸਿੰਘ ਘੁੰਮਣ, ਸਰੰਗੀ ਮਾਸਟਰ ਤਜਿੰਦਰ ਸਿੰਘ ਸ਼ਰੀ ਨਜ਼ਦੀਕ ਨਕੋਦਰ ਤੋਂ। ਇੰਨੀਆਂ ਬੇਨਤੀਆਂ ਦੇ ਨਾਲ ਖਿਮਾ ਦੇ ਜਾਚਕਾਂ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।